ਸਾਹਿਬ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਦੇ ਪਿਆਰ ਵਾਲੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਰੰਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ। ਚੱਲ ਰਹੀ ਲੜੀਵਾਰ ਕਥਾ ਅੰਮ੍ਰਿਤਮਈ ਬਾਣੀ ਦੀ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ। ਇਹ ਪਾਵਨ ਸ਼ਬਦ ਧਨਾਸਰੀ ਰਾਗ ਦੇ ਵਿੱਚ ਹੈ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 674 ਤੋਂ ਆਰੰਭ ਹੋ ਕੇ 675 'ਤੇ ਸੰਪੂਰਨ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੋ ਕੀ ਉਪਦੇਸ਼ ਕਰ ਰਹੇ ਨੇ, ਆਓ ਸਮਝਣ ਦਾ ਯਤਨ ਕਰੀਏ ਜੀ। ਅਬ ਹਰ ਰਾਖਨ ਹਾਰ ਚੇਤਾਰਿਆ। ਰਾਖਣਹਾਰ ਕੌਣ ਹੈ? ਜਿਹਨੇ ਪੈਦਾ ਕੀਤਾ ਹੈ, ਰਿਜ਼ਕ ਦੇ ਰਿਹਾ ਹੈ, ਸਾਹ ਦੇ ਰਿਹਾ ਹੈ, ਦੁੱਖ ਸੁੱਖ ਸੁਣ ਰਿਹਾ ਹੈ, ਸਰਬ ਵਿਆਪਕ ਹੈ, ਜਿਸ ਨੇ ਤੱਤ ਬਣਾ ਦਿੱਤੇ, ਧਰਤੀ ਟਿਕਾ ਕੇ ਰੱਖ ਦਿੱਤੀ ਹੈ, ਰਾਤੀ ਰੁੱਤੀ ਥਿੱਤੀ ਵਾਰ ਪੌਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਉਹਨੂੰ ਚੇਤੇ ਕੀਤਾ। ਅਬ ਹਰ ਰਾਖਣਹਾਰ ਚਿਤਾਰਿਆ। ਰਾਖਣਹਾਰ ਦਾ ਨਾਮ ਕੀ? ਕਹਿੰਦੇ ਹਰੀ। ਜਿਹੜਾ ਰੱਖਣਹਾਰ ਆ ਉਹਨੂੰ ਹਰੀ ਵੀ ਕਹਿੰਦੇ। ਨਾਮ ਤਾਂ ਉਹਦੇ ਬਹੁਤ ਨੇ, ਉਹਦੇ ਗੁਣਾਂ ਮੁਤਾਬਕ ਨਾਮ ਪੈ ਗਏ। ਪਤਿਤ ਪਾਵਨ ਪਾਪੀਆਂ ਨੂੰ ਪਵਿੱਤਰ ਕਰਨੇ ਵਾਲਾ, ਕਿਰਪਾਲੂ, ਦਿਆਲੂ, ਗੋਬਿੰਦ, ਨਾਰਾਇਣ। ਇਕੱਲੇ ਜਾਪ ਸਾਹਿਬ ਦੇ ਵਿੱਚ 900 ਦੇ ਕਰੀਬ ਨਾਮ ਆ। ਇਕੱਲੇ ਜਾਪ ਸਾਹਿਬ ਦੇ ਵਿੱਚ ਸਾਰੇ ਗੁਣਵਾਚਕ ਨਾਮ ਨੇ, ਅਤੇ ਉਂਝ ਉਹਦਾ ਨਾਮ ਕੋਈ ਨਹੀਂ ਹੈ। ਹਰੀ ਉਹਦਾ ਨਾਮ। ਹਰੇ ਭਰੇ ਕਰਨੇ ਵਾਲਾ, ਪਾਪਾਂ ਨੂੰ ਖਤਮ ਕਰਨੇ ਵਾਲਾ। ਹਰ ਹੁੰਦਾ ਖਤਮ ਕਰ ਦੇਣਾ, ਹਰ ਹੁੰਦਾ ਹਰੇ ਭਰੇ ਕਰਨੇ ਵਾਲਾ। ਪਾਪਾਂ ਨੂੰ ਖਤਮ ਕਰਦਾ ਅਤੇ ਸੁੱਕਿਆਂ ਹੋਇਆਂ ਨੂੰ ਹਰੇ ਕਰਦਾ। ਸੁੱਕਣ ਤੋਂ ਭਾਵ ਹੁੰਦਾ ਸ਼ਰਧਾ ਖਤਮ ਹੋ ਗਈ। ਪ੍ਰੇਮ ਜਲ ਹੈ ਨਾ, ਜਲ ਖਤਮ ਹੋ ਜਾਊਗਾ ਤਾਂ ਫਸਲ ਸੁੱਕ ਜਾਊ। ਅੰਦਰੋਂ ਪ੍ਰੇਮ ਹੀ ਖਤਮ ਹੋ ਗਿਆ, ਰਿਸ਼ਤੇ ਸੁੱਕੇ ਹੀ ਜਾਂਦੇ ਆ। ਜਦੋਂ ਪ੍ਰੇਮ ਖਤਮ ਹੋ ਗਿਆ ਉਸ ਨੂੰ ਰਿਸ਼ਤੇ ਸੁੱਕ ਗਏ। ਆਪਸ ਵਿੱਚ ਕੋਈ ਲੈਣ ਦੇਣ ਸਾਰਾ ਖਤਮ ਹੋ ਜਾਂਦਾ ਹੈ। ਇਸ ਕਰਕੇ ਪ੍ਰੇਮ ਉਹ ਦਿੰਦਾ, ਪ੍ਰੇਮ ਉਹ ਬਖਸ਼ਿਸ਼ ਕਰਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਹੁਣ ਜਿਹੜਾ ਰੱਖਣੇ ਵਾਲਾ ਉਹਦੀ ਸਮਝ ਪੈ ਗਈ ਅਤੇ ਚੇਤਾਰਿਆ, ਉਹ ਚਿੱਤ ਵਿੱਚ ਆ ਗਿਆ। ਉਹਨੂੰ ਚੇਤੇ ਕੀਤਾ ਤਾਂ ਆ ਗਿਆ, ਔਰ ਬੜੀ ਛੇਤੀ ਆਉਂਦਾ। ਉਹ ਤਾਂ ਚੇਤੇ ਹੀ ਨਹੀਂ ਕਰਦੇ, ਇਸ ਕਰਕੇ ਨਹੀਂ ਆਉਂਦਾ। ਜਦੋਂ ਚੇਤੇ ਕਰੀਏ ਤਾਂ ਚਿੱਤ ਵਿੱਚ ਆਉਂਦਾ ਵੀ, ਸਿੱਧਾ ਚਿੱਤ ਵਿੱਚ ਹੈ। ਐਸਾ ਹੈ ਉਹ ਕਹਿੰਦੇ। ਪਤਿਤ ਪੁਨੀਤ ਕੀਏ ਖਿਨ ਭੀਤਰ, ਸਗਲਾ ਰੋਗ ਬਿਦਾਰਿਆ। ਸਗਲਾ ਰੋਗ, ਜਿਹੜੀ ਅਧਿਆਤਮਿਕਤਾ ਦੇ ਵਿੱਚ ਜਿਹੜੇ ਰੋਗ ਨੇ ਉਹ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਰੋਗ ਨੇ, ਇਹਨਾਂ ਦਾ ਕੋਈ ਹਸਪਤਾਲ ਨਹੀਂ ਹੈ ਜੀ। ਇਹਨਾਂ ਦਾ ਕੋਈ ਹਸਪਤਾਲ ਨਹੀਂ ਹੈ। ਹੱਡੀਆਂ ਦੇ ਹਸਪਤਾਲ ਮਿਲਣਗੇ, ਅੱਖਾਂ ਦੇ, ਨੱਕਾਂ ਦੇ, ਨੱਕ ਦੇ, ਕੰਨ ਦਾ ਹਸਪਤਾਲ ਆ, ਆ ਬ੍ਰੇਨ ਦਾ, ਦਿਮਾਗ ਦਾ ਹਸਪਤਾਲ ਆ। ਜਿਹੜੇ 5 ਵਿਕਾਰ ਨੇ, 5 ਰੋਗ ਨੇ, ਇਹਦਾ ਹਸਪਤਾਲ ਕਿੱਥੇ ਹੈ? ਜੇ ਹੈ ਤਾਂ ਇੱਕ ਸਾਧ ਸੰਗਤ ਆ, ਹੋਰ ਕਿਤੇ ਇਹਦਾ ਕੋਈ ਹਸਪਤਾਲ ਨਹੀਂ ਹੈ। ਹੁਣ ਮਹਾਰਾਜ ਕਹਿੰਦੇ ਜਦੋਂ ਉਹਦੇ ਨਾਮ ਨੂੰ ਚੇਤੇ ਕੀਤਾ ਹੈ ਅਤੇ ਉਹ ਆ ਗਿਆ। ਜਦੋਂ ਆ ਗਿਆ ਮਤਲਬ ਉਹਦੀ ਜਦੋਂ ਯਾਦ ਆਈ ਨਾ, ਜਦੋਂ ਹੀ ਯਾਦ ਆਈ ਅਤੇ ਸਗਲਾ ਰੋਗ ਵਿਦਾਰਿਆ। ਸਭ ਤੋਂ ਪਹਿਲਾ ਕੰਮ ਇਹ ਹੋਇਆ, ਜਿੰਨੇ ਅੰਦਰ ਰੋਗ 5 ਵਿਕਾਰ ਜਿਹੜੇ ਨੇ ਇਹ ਸਾਰੇ ਵਿਦਾਰਿਆ, ਖਿੰਡ ਗਏ, ਪਾਸੇ ਹੋ ਗਏ। ਜਦੋਂ ਲਾਈਟ ਹੋ ਜਾਂਦੀ ਹੈ ਹਨੇਰਾ ਖਿੰਡ ਜਾਂਦਾ,
ਪਾਸੇ ਹੋ ਜਾਂਦਾ ਹੈ। ਦੇਖੋ ਇਹਨਾਂ ਦਾ ਰੋਗਾਂ ਦਾ ਵੀ ਕਿਹੜਾ ਕੋਈ ਰੂਪ ਹੈ, ਬੰਦੇ ਦੀਆਂ ਹਰਕਤਾਂ ਤੋਂ ਹੀ ਪਤਾ ਲੱਗਦਾ, ਬੰਦੇ ਦੇ ਸੁਭਾਅ ਤੋਂ ਪਤਾ ਲੱਗਦਾ। ਸਭ ਤੋਂ ਪਹਿਲਾਂ ਬੰਦੇ ਨੂੰ ਆਪ ਪਤਾ ਚੱਲਦਾ ਜਿਹੜਾ ਰੋਗੀ ਹੋ ਜਾਂਦਾ, ਉਸ ਤੋਂ ਬਾਅਦ ਉਹਦਾ ਹਰਕਤਾਂ ਬੋਲ ਚਾਲ ਫਿਰ ਦੂਸਰੇ ਨੂੰ ਪਤਾ ਲੱਗਦਾ। ਹੁਣ ਇਹ ਰੋਗ ਮੈਨੂੰ ਪੈ ਗਿਆ ਵਿਕਾਰਾਂ ਦਾ, ਸੋ ਇਹਦੀ ਕੋਈ ਹਰਕਤ ਨਾ ਹੋਵੇ, ਅੰਦਰ ਹੀ ਖਤਮ ਹੋ ਜਾਵੇ। ਐਵੇਂ ਛੂਤ ਛਾਤ ਦੀ ਬਿਮਾਰੀ ਜਿਹੜੀ ਹੋਰ ਵੀ ਕਿਸੇ ਨੂੰ ਲੱਗੇਗੀ, ਇੱਥੇ ਹੀ ਖਤਮ ਹੋ ਜਾਵੇ। ਫਿਰ ਜਿਹੜਾ ਰੱਖਣੇ ਵਾਲਾ ਹੈ ਨਾ, ਜਿਹਨੇ ਬਣਾਇਆ ਹੈ ਭਾਂਡਾ, ਉਹਨੂੰ ਚੇਤੇ ਕਰੋ। ਮੇਰੀ ਸੋਚ ਕਰਕੇ ਮੈਂ ਜਿੰਨਾ ਕੁ ਪਤਿਤ ਹੋ ਗਿਆ ਸੀ, ਡਿੱਗ ਗਿਆ ਸੀ, ਅਤੇ ਹੋਰ ਕਰਮ ਕਰਕੇ ਵੀ, ਅਤੇ ਉਹ ਡਿੱਗੇ ਹੋਏ ਨੇ ਉਹਨੇ ਪਤਿਤ ਪੁਨੀਤ, ਉਹ ਪਤਿਤ ਪੁਨੀਤ ਕੀਏ ਖਿਨ ਭੀਤਰ, ਉਹਨੂੰ ਸਮਾਂ ਨਹੀਂ ਲੱਗਿਆ। ਉਸੇ ਵਕਤ ਉਸ ਨੂੰ ਉਹਨੇ ਪਵਿੱਤਰ ਕਰ ਲਿਆ। ਸਗਲਾ ਰੋਗ ਵਿਦਾਰਿਆ, ਸਾਰੇ ਰੋਗ ਦੂਰ ਹੋ ਗਏ। ਸਰੀਰਕ ਰੋਗ ਜਿਹੜੇ ਨੇ ਬਹੁਤੇ ਤਾਂ ਚਿੰਤਾ ਤੋਂ ਹੀ ਹੈ। ਜਿੰਨੇ ਸਰੀਰਕ ਰੋਗ ਨੇ, ਜੇ ਚਿੰਤਾ ਨਾ ਹੋਵੇ ਸਰੀਰ ਦਾ ਕੋਈ ਰੋਗ ਨਹੀਂ ਹੈ। ਚਿੰਤਾ ਤੋਂ ਹੀ ਸਾਰੇ ਰੋਗ ਸਰੀਰ ਦੇ ਪੈਦਾ ਹੋ ਜਾਂਦੇ ਨੇ। ਅਤੇ ਹੁਣ ਚਿੰਤਾ ਅੰਦਰ ਹੁੰਦੀ ਹੈ ਮਨ ਨੂੰ, ਜਦੋਂ ਉਹਦੀ ਯਾਦ ਆਉਂਦੀ ਆ ਉਹ ਚਿੰਤਾ ਨੂੰ ਪਰੇ ਕਰ ਦਿੰਦਾ। ਚਿੰਤਾ ਦਾ ਰੋਗ ਤਾਂ ਉਂਝ ਵੀ ਪਰੇ ਹੋ ਜਾਂਦਾ ਜਦੋਂ ਸੋ ਉਹਨੂੰ ਸਰਬ ਵਿਆਪਕ ਸਮਝ ਕੇ, ਕਰਤਾ ਧਰਤਾ ਸਮਝ ਕੇ ਉਹਨੂੰ ਚੇਤੇ ਕਰਦਾ, ਚਿੰਤਾ ਦਾ ਰੋਗ ਦੂਰ ਹੋ ਜਾਂਦਾ। ਜਿਸ ਨੇ ਹੁਕਮ ਨੂੰ ਸਮਝ ਲਿਆ ਉਹਦਾ ਚਿੰਤਾ ਦਾ ਰੋਗ ਦੂਰ ਹੋ ਗਿਆ। ਵੀ ਹਾਂ ਵੀ ਹੁਕਮ ਦੇ ਵਿੱਚ ਸੀਗਾ, ਚਿੰਤਾ ਫਿਰ ਕਾਹਦੀ ਚਿੰਤਾ? ਚਿੰਤਾ ਤਾਂ ਉਸ ਬਾਤ ਕੀ ਹੈ ਜੋ ਨਾ ਹੋਣਾ ਹੋਵੇ, ਹੋ ਗਿਆ, ਪਰ ਇਹ ਹੋਣਾ ਹੀ ਸੀ, ਕਾਹਦੀ ਚਿੰਤਾ? ਹੁਣ ਜਦੋਂ ਰਾਤ ਪੈਂਦੀ ਆ ਸਭ ਕੁਝ ਹਨੇਰਾ ਹੀ ਹਨੇਰਾ ਸਾਰੇ ਪਾਸੇ ਹੋ ਜਾਂਦਾ। ਕਿਸੇ ਨੇ ਚਿੰਤਾ ਕੀਤੀ? ਕਿਸੇ ਨੇ ਚਿੰਤਾ ਨਹੀਂ ਕੀਤੀ। ਪਤਾ ਹੈ ਵੀ ਇਹ ਰਾਤ ਤਾਂ ਪੈਣੀ ਹੀ ਪੈਣੀ ਸੀ, ਉਸ ਅਨੁਸਾਰ ਆਪਣਾ ਜੀਵਨ ਸਾਰੇ ਕਰ ਲੈਂਦੇ ਨੇ। ਕੋਈ ਚਿੰਤਾ ਕਰਦਾ ਵੀ ਹਾਂ ਵੀ ਸਰੀਰ ਵੱਧਦਾ ਜਾਂਦਾ, ਉਮਰ ਵੱਧਦੀ ਜਾਂਦੀ ਹੈ। ਹੁਣ ਉਸ ਨੂੰ ਪ੍ਰਵਾਨ ਕਰ ਲਿਆ, ਵਡੇਪੇ ਨੂੰ ਪ੍ਰਵਾਨ ਕੀਤਾ, ਬਲਕਿ ਇਹਦੀ ਚਿੰਤਾ ਕਰਨੀ ਚਾਹੀਦੀ। ਚਿੰਤਾ ਇਸ ਦੀ ਨਹੀਂ ਵੀ ਵਡੇਪਾ ਨਹੀਂ ਆਉਣਾ ਚਾਹੀਦਾ, ਹਾਂ ਇਹਦੀ ਚਿੰਤਾ ਕਰਦੇ ਨੇ ਸਾਰੇ, ਵਡੇਪਾ ਨਹੀਂ ਆਉਣਾ ਚਾਹੀਦਾ। ਉਹਦੇ ਵਾਸਤੇ ਬੜੇ ਕੈਮੀਕਲ ਬਣਾ ਲਏ ਇਨਸਾਨ ਨੇ, ਪਰ ਫਿਰ ਵੀ ਭਾਈ ਇਹ ਰੋਗ ਇਹ 'ਤੇ ਕਬਜ਼ਾ ਕਰ ਹੀ ਲੈਂਦਾ ਜਰਾ ਰੋਗ। ਚਿੰਤਾ ਤਾਂ ਇਸ ਬਾਤ ਦੀ ਕਰਨੀ ਸੀ ਵੀ ਵਡੇਪਾ ਆ ਗਿਆ, ਹੋਇਆ ਕੱਖ ਨਹੀਂ, ਬੰਦਗੀ ਤਾਂ ਹੋਈ ਨਹੀਂ ਜਿਸ ਕੰਮ ਲਈ ਆਏ ਸੀਗੇ। ਇਸ ਗੱਲ ਦੀ ਚਿੰਤਾ ਤਾਂ ਕਰਨੀ ਚਾਹੀਦੀ। ਚਿੰਤਾ ਹੀ ਸਾਡੀ ਯਾਦ ਨੂੰ ਪਾਲਦੀ ਹੈ। ਜਿਹੜੀ ਚਿੰਤਾ ਉਹ ਯਾਦ ਨੂੰ ਪਾਲਦੀ ਹੈ। ਜੇ ਚਿੰਤਾ ਕਰਕੇ ਸੌਂ ਜਾਓ ਨਾ ਵੀ ਅੰਮ੍ਰਿਤ ਵੇਲੇ ਉੱਠਣਾ ਤੇ ਨਾਮ ਜਪਣਾ, ਬਿਨਾਂ ਅਲਾਰਮ ਤੋਂ ਉੱਠ ਜਾਂਦਾ। ਚਿੰਤਾ ਕਰਕੇ ਸੌਂ ਜਾਓ ਜੇ। ਚਿੰਤਾ ਸਾਡੇ ਕੋਲ ਸਿਮਰਨ ਕਰਾਉਂਦੀ, ਚਿੰਤਾ ਬਾਣੀ ਪੜ੍ਹਾਉਂਦੀ ਹੈ। ਸੋ ਜੇ ਚਿੰਤਾ ਪੈ ਜਾਵੇ ਦਰਗਾਹ ਦੀ ਵੀ ਅਸੀਂ ਉੱਥੋਂ ਆਏ ਹਾਂ ਤਾਂ ਆ ਜਿਹੜਾ ਸਾਰਾ 84 ਦਾ ਹਿਸਾਬ ਕਿਤਾਬ ਇਸੇ ਜਨਮ 'ਚ ਖ਼ਤਮ ਕਰਨਾ, ਟਾਈਮ ਥੋੜ੍ਹਾ ਹੈ। ਚਿੰਤਾ ਕਰੇ ਇਸ ਗੱਲ ਦੀ, ਪਤਾ ਵੀ ਲੱਗ ਜਾਵੇ ਵੀ ਇੰਝ ਘੱਟ ਹੁੰਦੇ ਲੇਖੇ, ਕਿੰਨਾ ਕੁ ਟਾਈਮ ਲੱਗ ਜੂ। ਥੋੜ੍ਹੇ ਟਾਈਮ 'ਚ ਲੇਖੇ ਕੱਟੇ ਜਾਣੇ ਨੇ, ਬਾਕੀ ਸਾਰਾ ਜੀਵਨ ਆਨੰਦਮਈ ਆ। ਜੀਵਨ ਮੁਕਤ ਹੋ ਕਰਕੇ ਇਹ ਜੀਵਨ ਜਿਉਂਦਾ, ਜੀਵਨ ਮੁਕਤ ਹੋ ਕਰਕੇ। ਜਿਹੜਾ ਚਿੰਤਾ ਤੋਂ ਮੁਕਤ, ਜੀਵਨ ਮੁਕਤ। ਜੀਵਨ ਤਾਂ ਹੈ ਹੀ ਹੈ। ਜੇ ਚਿੰਤਾ ਹੈ ਤਾਂ ਅਧਿਆਤਮਕ ਮੌਤ, ਜੇ ਚਿੰਤਾ ਨਹੀਂ ਹੈ ਤਾਂ ਜੀਵਨ ਮੁਕਤ। ਸੋ ਇਹ ਜਿਨ੍ਹਾਂ ਦੇ ਲੇਖੇ ਕੱਟੇ ਜਾਂਦੇ ਨੇ, ਬੋਝ ਨਹੀਂ ਹੁੰਦਾ ਕੋਈ। ਬੋਝ ਚੱਕ ਲਓ, ਬੋਝ ਤਾਂ ਪੈਂਦਾ ਹੀ ਹੈ ਨਾ। ਬੋਝ ਜਿਹੜਾ ਹੁੰਦਾ ਉਹ ਪੈਂਦਾ ਬੰਦਿਆਂ ਨੇ ਆਪਣੇ ਦਿਮਾਗ 'ਤੇ ਜਿੰਨਾ ਬੋਝ ਚੱਕਿਆ ਇੰਨਾ ਸਰੀਰ ਨਹੀਂ ਚੱਕ ਸਕਦਾ ਹੈ। ਜਿੰਨਾ ਦਿਮਾਗ 'ਤੇ ਬੋਝ ਨੇ ਚੱਕਿਆ ਹੋਇਆ, ਸਰੀਰ ਕਿੱਥੋਂ ਚੱਕ ਲਊ? ਇਹਦਾ ਬੜਾ ਬੋਝ ਚੱਕ ਕੇ ਤੁਰਿਆ ਫਿਰਦਾ। ਅਤੇ ਦਿਮਾਗ ਕੀ ਕਰੇ? ਟੈਨਸ਼ਨ ਹੀ ਹੋਣੀ। ਜਿਹੜੀ ਮਰਜ਼ੀ ਦਵਾਈ ਖਾ ਲਓ, ਜਿਹੜੀ ਮਰਜ਼ੀ ਦਵਾਈ ਖਾ ਲਓ, ਕੁਛ ਨਹੀਂ ਹੋਣ ਲੱਗਾ ਜੇ ਚਿੰਤਾ ਦਾ ਬੋਝ ਚੁੱਕਿਆ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦੀ ਯਾਦ ਛਿਨ ਮਾਤਰ ਦੇ ਵਿੱਚ ਪਤਿਤਾਂ ਨੂੰ ਪੁਨੀਤ ਕਰ ਦਿੰਦੀ। ਪਤਿਤ ਹੁੰਦਾ ਜਿਹੜਾ ਵਿਕਾਰਾਂ ਦੇ ਵਿੱਚ ਡਿੱਗ ਗਿਆ, ਲਿਬੜ ਗਿਆ, ਹਾਂਜੀ, ਉਹਨੂੰ ਪਤਿਤ ਕਿਹਾ ਜਾਂਦਾ ਹੈ। ਪੁਨੀਤ ਹੁੰਦਾ ਫਿਰ ਪਵਿੱਤਰਾਂ 'ਚ ਪਵਿੱਤਰ ਹੋ ਗਿਆ। ਖਿਨ ਭੀਤਰ, ਛਿਨ ਮਾਤਰ ਦੇ ਵਿੱਚ। ਫਿਰ ਸਗਲਾ ਰੋਗ ਵਿਦਾਰਿਆ,
ਉਹ ਜਿਹੜੇ ਤਿੰਨ ਤਾਪ ਤਿੰਨੇ ਹੀ ਖਤਮ, ਆਦਿ ਵਿਆਧੀ ਉਪਾਧੀ। ਰਹਾਓ। ਗੋਸ਼ਟ ਭਈ ਸਾਧ ਕੈ ਸੰਗਮ, ਕਾਮ ਕ੍ਰੋਧ ਲੋਭ ਮਾਰਿਆ। ਇਹ ਫਿਰ ਤਰੀਕੇ ਦੱਸੇ ਹੋਏ ਨੇ। ਰਹਾਉ ਦੀ ਪੰਕਤੀ ਵਿੱਚ ਤਾਂ ਕਹਿਤਾ ਵੀ ਰੋਗ ਵਿਦਾਰਿਆ, ਪਾਪੀ ਪਵਿੱਤਰ ਬਣ ਗਿਆ। ਹੁਣ ਉਸ ਤੋਂ ਬਾਅਦ ਮਹਾਰਾਜ ਉਹ ਢੰਗ ਦੱਸਦੇ ਨੇ। ਜਿੱਦਾਂ ਦਵਾਈ ਦਾ ਨਾਂ ਲਿਖਿਆ ਹੁੰਦਾ ਨਾ ਪੱਤੇ 'ਤੇ ਵੀ ਆਹ ਦਵਾਈ ਦਾ ਨਾਂ ਆ, ਫਿਰ ਜਰਾ ਹੋਰ ਥੱਲੇ ਜਾ ਕੇ ਦੇਖੋ ਸਾਲਟ ਵੀ ਲਿਖਿਆ ਹੁੰਦਾ ਵੀ ਇਹਦੇ ਵਿੱਚ ਆਹ ਚੀਜ਼ਾਂ ਪਾਈਆਂ ਹੋਈਆਂ ਵੀ। ਇੱਦਾਂ ਹੀ ਹੈ ਜਿਹੜੀ ਰਹਾਉ ਦੀ ਪੰਕਤੀ ਹੁੰਦੀ ਉਹਦੇ ਸਿੱਧਾ ਡਾਇਰੈਕਟ ਲਿਖ ਦਿੱਤਾ ਵੀ ਆਹ ਸੋ ਮਹਾਰਾਜ ਕਹਿ ਰਹੇ ਨੇ, ਇੱਦਾਂ ਹੁੰਦੀ ਹੈ ਕਹਿਣਾ ਨਿਚੋੜ। ਫਿਰ ਉਹਦਾ ਫਿਰ ਦੱਸਿਆ ਹੋਇਆ ਕਿੱਦਾਂ ਕਿੱਦਾਂ ਹੈ ਨਾ। ਕੋਈ ਗੱਲ ਥੋੜ੍ਹੀ ਲੁਕੀ ਰੱਖਦੇ, ਲੁਕੋ ਕੇ ਤਾਂ ਮਹਾਰਾਜ ਕੋਈ ਨਹੀਂ ਰੱਖਦੇ ਵੀ। ਗੁਰੂ ਤਾਂ ਚਾਨਣ ਨੂੰ ਕਿਹਾ ਜਾਂਦਾ, ਚਾਨਣ ਵਿੱਚ ਤਾਂ ਕੁਝ ਨਹੀਂ ਲੁਕਿਆ ਹੋਇਆ ਹੁੰਦਾ। ਕੋਈ ਸਵਾਲ ਨਹੀਂ ਰਹਿ ਜਾਂਦਾ, ਕੋਈ ਬੁਝਾਰਤ ਨਹੀਂ ਰਹਿ ਜਾਂਦੀ ਜਦੋਂ ਸ਼ਬਦ ਦੀ ਸੋਝੀ ਪੈਂਦੀ ਹੈ। ਹੁਣ ਇਹ ਕਿੱਦਾਂ ਵਿਕਾਰ ਮਰਦੇ ਨੇ, ਕਿੱਦਾਂ ਵਿਕਾਰਾਂ ਤੋਂ ਮੁਕਤੀ ਮਿਲਦੀ? ਕਹਿੰਦੇ ਗੋਸ਼ਟ ਭਈ ਸਾਧ ਕੈ ਸੰਗਮ। ਗੋਸ਼ਟ ਟੈਂਕੇ ਨੂੰ ਸਿਹਾਰੀ, ਗੋਸ਼ਟੀ ਵਿਚਾਰ ਵਟਾਂਦਰਾ, ਝਗੜਾ ਨਹੀਂ। ਜਿਹੜਾ ਗੋਸ਼ਟੀ ਸ਼ਬਦ ਦਾ ਮਤਲਬ ਹੁੰਦਾ ਵੀ ਲਵੋ ਤੇ ਦਵੋ, ਦੋਨੇ ਚੀਜ਼ਾਂ ਚੱਲਦੀਆਂ। ਆਪਣਾ ਵਿਚਾਰ ਜੇ ਤੂੰ ਦੇਣਾ ਤਾਂ ਸਾਹਮਣੇ ਵਾਲੇ ਦਾ ਵਿਚਾਰ ਲੈਣਾ ਵੀ ਹੈ। ਇਹ ਗੋਸ਼ਟੀ ਕਾਹਦੀ ਵੀ ਅਸੀਂ ਤਾਂ ਤਹਈਆ ਹੀ ਕਰ ਲਿਆ, ਜਾਂ ਤਾਂ ਅਸੀਂ ਸਾਹਮਣੇ ਵਾਲੇ ਦੀ ਵਿਚਾਰ ਹੀ ਨਹੀਂ ਸੁਣਨੀ, ਅਤੇ ਜੇ ਉਹਨੇ ਕਹਿ ਵੀ ਦਿੱਤੀ ਵਿਚਾਰ ਅਤੇ ਅਸੀਂ ਇਸ ਤਾਕ 'ਚ ਰਹਿੰਦੇ ਹਾਂ ਵੀ ਇਹਨੂੰ ਕੱਟਣਾ ਕਿੱਥੋਂ ਆ, ਇਹਦਾ ਵੀਕ ਪੁਆਇੰਟ ਕਿਹੜਾ ਫੜਨਾ। ਜਦੋਂ ਸੋ ਜੋ ਮਨ ਦੇ ਵਿੱਚ ਜੋ ਅੰਤਰ ਆਤਮਿਕ ਗੱਲ ਹੁੰਦੀ, ਸ਼ਬਦਾਂ ਦੇ ਵਿੱਚ ਕਈ ਵੇਲੇ ਉਹਨੂੰ ਪੂਰੀ ਤਰ੍ਹਾਂ ਨਹੀਂ ਕਿਹਾ ਜਾਂਦਾ। ਆਖਰਕਾਰ ਸ਼ਬਦ ਨੇ ਹੈ ਨਾ, ਅੱਖਰ ਜਿਹੜੇ 35 ਅੱਖਰ ਨੇ, ਸਭ ਕੁਛ ਇਨਹੀ ਮਾਹੇ, ਇਹਨਾਂ ਦੇ ਵਿੱਚ ਹੀ ਗੱਲ ਦੱਸਣੀ ਪੈਂਦੀ ਆਪਣੀ। ਸੋ ਜੇ ਇੱਧਰ ਦਾ ਉੱਧਰ ਅੱਖਰ ਲੱਗ ਗਿਆ ਤੇ ਉਹ ਸਮਝਣੇ ਵਾਲੇ ਨੇ ਉਲਟ ਸਮਝ ਜਾਣਾ। ਹੁਣ ਜਿਹੜੀ ਅੰਦਰ ਜੋ ਮਟੀਰੀਅਲ ਇਕੱਠਾ ਹੋਇਆ, ਜਿਹੜੀ ਗੱਲ ਉਹਨੇ ਕਹਿਣੀ ਆ, ਜਿਹਦੀ ਕੋਈ ਭਾਸ਼ਾ ਨਹੀਂ, ਅੰਦਰ ਜੋ ਤੱਤ ਦਿੱਤਾ ਰੱਬ ਨੇ, ਉਹ ਕਿਹੜੀ ਲੈਂਗੁਏਜ ਵਿੱਚ ਹੈ, ਕਿਹੜੀ ਭਾਸ਼ਾ ਹੈ, ਕਿਹੜੇ ਅੱਖਰ ਲੱਗਦੇ ਨੇ। ਅੱਖਰ ਤਾਂ ਫਿਰ ਸੋ ਬੁੱਧੀ ਲਾ ਰਹੀ ਹੈ ਨਾ। ਹੁਣ ਅਨਪੜ੍ਹ ਬੰਦਾ ਲਾ ਕੇ ਦਿਖਾ ਲੇ, ਅਨਪੜ੍ਹ ਬੰਦਾ ਜਿਹੜਾ ਹੈ ਜਿਹਦੀ ਬੁੱਧੀ ਨੇ ਨਹੀਂ ਕੰਮ ਕੀਤਾ, ਲਾ ਕੇ ਦਿਖਾ ਲੇ ਅੱਖਰ, ਨਹੀਂ ਲਾ ਸਕਦਾ, ਨਹੀਂ ਸਮਝਾ ਸਕਦਾ। ਗੂੰਗਾ ਨਹੀਂ ਸਮਝਾ ਸਕਦਾ, ਅਨਪੜ੍ਹ ਗੂੰਗਾ ਹੀ ਹੁੰਦਾ। ਜੇ ਆਪਣੀ ਗੱਲ ਹੀ ਨਹੀਂ ਸਮਝਾ ਸਕਦਾ ਤੇ ਉਹ ਗੂੰਗਾ ਹੀ ਆ। ਗੂੰਗਾ ਹੁਆ ਬਾਬਰਾ, ਬਹਿਰਾ ਹੁਆ ਕਾਨ। ਸੋ ਗੂੰਗਾ ਹੀ ਹੁੰਦਾ ਜਿਹੜਾ ਅਨਪੜ੍ਹ ਹੁੰਦਾ ਹੈ। ਹੁਣ ਗੋਸ਼ਟੀ ਜਿਹੜੀ ਹੈ ਉਹਦੇ ਵਿੱਚ ਸੋ ਇਹ ਕਮਲੇ ਵਾਲਾ ਕੰਮ ਨਹੀਂ ਹੋਣਾ ਚਾਹੀਦਾ। ਉਹਦੇ ਵਿੱਚ ਵੀ ਜੇ ਬੰਦਾ ਕੋਈ ਗੱਲ ਕਹਿ ਰਿਹਾ ਨਾ, ਕੋਸ਼ਿਸ਼ ਤਾਂ ਕਰੇ ਜਿਹੜੀ ਮਾੜੀ ਹੈ ਉਹਨੂੰ ਇਗਨੋਰ ਕਰ ਦੇਵੇ, ਚੰਗੀ ਨੂੰ ਲੈ ਲਵੇ। ਇਹ ਨਹੀਂ ਵੀ ਮਾੜੀ ਤੇ ਟੋਕਣਾ ਹੀ ਟੋਕਣਾ। ਉੱਥੋਂ ਵੱਧਦੇ ਨੇ ਝਗੜੇ, ਉੱਥੋਂ ਵਿਵਾਦ ਖੜ੍ਹਦੇ ਨੇ। ਗੁਰੂ ਸਾਹਿਬ ਵੀ ਤਾਂ ਆਪਣੇ ਹਾਜ਼ਰੀ ਵਿੱਚ ਸੰਵਾਦ ਕਰਾਉਂਦੇ ਹੁੰਦੇ ਸੀ, ਗੋਸ਼ਟੀ ਕਰਾਉਂਦੇ ਸੀ। ਆਪ ਗੁਰੂ ਸਾਹਿਬ ਜੀ ਨੇ ਗੋਸ਼ਟੀ ਕੀਤੀ, ਸਿੱਧ ਗੋਸ਼ਟ ਬਾਣੀ ਦਾ ਨਾਂ ਆ। ਅਸੀਂ ਬਾਬੇ ਨਾਨਕ ਦੇ ਸਿੱਖ ਹੈ ਅਤੇ ਸਿੱਧਾਂ ਦੇ ਨਾਲ ਦੱਸੋ ਹੋਰ ਕਿਨੇ ਗੋਸ਼ਟੀ ਕੀਤੀ ਹੈ? ਕੋਈ ਕਾਬਲ ਹੀ ਨਹੀਂ ਸੀ ਕੋਈ ਸਿੱਧਾਂ ਦੇ ਨਾਲ ਗੋਸ਼ਟੀ ਕਰ ਜਾਂਦਾ। ਜਾਂ ਕਹਿ ਲਈਏ ਸਿੱਧਾਂ ਨੇ ਗੋਸ਼ਟੀ ਕਰਨ ਲਈ ਆਪਣੇ ਕਿਸ ਨੂੰ ਕਾਬਲ ਹੀ ਨਹੀਂ ਸਮਝਿਆ ਵੀ ਹਾਂ ਵੀ ਸਾਡੇ ਕਾਬਲ ਹੈ, ਸਾਡੇ ਨਾਲ ਗੋਸ਼ਟੀ ਕਰ ਸਕੇ। ਉਹ ਸਵਾਲ ਪਹਿਲੋਂ ਕਰਦੇ ਹੁੰਦੇ। ਇਹ ਤਾਂ ਕਿਸੇ ਨੇ ਸਵਾਲਾਂ ਦੇ ਜਵਾਬ ਦੇ ਦਿੱਤੇ, ਫਿਰ ਗੋਸ਼ਟੀ ਸ਼ੁਰੂ ਹੁੰਦੀ ਸੀ। ਜੇ ਪਹਿਲੇ ਸੱਟੇ ਸਵਾਲਾਂ ਦੇ ਜਵਾਬ ਨਾ ਦੇ ਸਕਿਆ ਤਾਂ ਗੋਸ਼ਟੀ ਕਿੱਧਰੋਂ ਕਰ ਲੈਣ? ਕੋਈ ਨਹੀਂ ਕਰਦੇ ਹੁੰਦੀ ਸੀ ਗੋਸ਼ਟੀ, ਕਿਉਂਕਿ ਉਹਨਾਂ ਦੇ ਅੰਦਰ ਬੜਾ ਗਿਆਨ ਸੀਗਾ। ਹੁਣ ਗੱਲ ਕਰਦੇ ਨੇ, ਕਹਿੰਦੇ ਜਿਹੜੇ ਵਿਕਾਰ ਨੇ ਇਹ ਮਰਦੇ ਨੇ ਔਰ ਇਹਨਾਂ ਦਾ ਮਰਨਾ ਹੀ ਜ਼ਰੂਰੀ ਹੈ। ਅਗਰ ਇਹ ਭੱਜ ਗਏ, ਇਹ ਨਹੀਂ ਫੇਰ ਆ ਜਾਣਾ। ਚੋਰ ਫੜਿਆ ਜਾਵੇ,
ਪਹਿਲੇ ਸਮੇਂ 'ਚ ਹੁੰਦਾ ਸੀ ਵੀ ਚੋਰ ਦਾ ਜਿਹੜਾ ਦੰਡ ਹੁੰਦਾ ਸੀ ਉਹ ਸੂਲੀ ਹੁੰਦਾ ਸੀ। ਸੂਲੀ ਵੀ ਜਿਹੜਾ ਚੋਰ ਫੜਿਆ ਗਿਆ ਉਹਨੂੰ ਉੱਦਾਂ ਮਾੜੀ ਮੋਟੀ ਸਜ਼ਾ ਦੇ ਕੇ ਨਹੀਂ ਸੀ ਛੱਡਦੇ ਹੁੰਦੇ, ਜਾਂ ਫਿਰ ਹੱਥ ਵੱਢਦੇ ਹੁੰਦੇ ਸੀ। ਸਾਰੀ ਜ਼ਿੰਦਗੀ ਦਾ ਕਲੰਕ, ਜਿਹਦਾ ਹੱਥ ਵੱਢਿਆ ਮਿਲ ਗਿਆ ਵੀ ਇਹ ਚੋਰ ਹੈ ਕਹਿਣਾ, ਸਾਰੀ ਜ਼ਿੰਦਗੀ ਦਾ ਕਲੰਕ ਹੁੰਦਾ ਜੇ ਹੱਥ ਵੱਢ ਦੋ ਉਹਦਾ। ਸੋ ਉਂਝ ਨਹੀਂ ਵੀ ਸਜ਼ਾ ਦੇ ਕੇ ਜਿਵੇਂ ਅੱਜ ਕੱਲ੍ਹ ਕੋਟਾਂ ਕਰਦੇ ਛੱਡਦੇ, ਨਹੀਂ, ਜਾਂ ਉਹਨੂੰ ਫਾਇਦੇ ਨੂੰ ਮਾਰਦੇ ਹੁੰਦੇ ਸੀ ਚੋਰ। ਤਦੇ ਕਿਹਾ ਇਹ ਹੈਗੇ ਚੋਰ। ਭੱਜ ਤਾਂ ਜਾਂਦੇ ਆ, ਜਦੋਂ ਤੁਸੀਂ ਇੱਕ ਵਾਰੀ ਵਾਹਿਗੁਰੂ ਕਹਿ ਤਾ ਨਾਲ ਹੀ ਭੱਜ ਜਾਂਦੇ। ਮਾਲਕ ਨੂੰ ਜੋ ਚੇਤੇ ਕਰ ਲਿਆ, ਮਾਲਕ ਨੂੰ ਆਵਾਜ਼ ਮਾਰਤੀ ਤੇ ਚੋਰਾਂ ਨੇ ਤਾਂ ਭੱਜਣਾ ਹੀ ਹੈ। ਪਰ ਇਹ ਮਰਦੇ ਨਹੀਂ, ਫਿਰ ਵੇਖਦੇ ਨੇ ਵੀ ਕਿਵੇਂ ਮਾਲਕ ਨੂੰ ਭੁੱਲਦਾ। ਚੋਰ ਤਾਂ ਇਸੇ ਤਾਕ ਦੇ ਵਿੱਚ ਨੇ, ਮਾਲਕ ਕਦੋਂ ਸੌਂਦਾ। ਹੁਣ ਕਬੀਰ ਸਾਹਿਬ ਨੇ ਕਹਿ ਤਾ, ਕਹਿੰਦੇ ਮੈਂ ਇਸ ਜੀਵ ਨੂੰ ਤਾਂ ਮਾਲਕ ਬਣਾਇਆ ਸੀ, ਇਸ ਦੇਹੀ ਦਾ। ਦੇਹੀ ਗਾਵਾ ਜੀਓ ਧਰ ਮਹਤਵ। ਇਹ ਜਿਹੜਾ ਜੀਵ ਹੈ ਨਾ, ਇਹਦਾ ਧਰ ਮਹਤਵ ਸੀ, ਮਾਲਕ ਸੀ ਇਸ ਸਰੀਰ ਰੂਪ ਨਗਰ ਦਾ। ਬਸੇ ਪੰਜ ਕਰਸਾਨਾ, ਉਹ ਪੰਜ ਵੀ ਨਾਲ ਬਸ ਗਏ। ਪਰ ਜਦੋਂ ਨਾ ਘਰੀ ਘਰੀ ਕਾ ਲੇਖਾ ਮੰਗੈ ਕਾਇਤ ਚੇਤੂ ਨਾਉ, ਉਹ ਅੰਦਰੋਂ ਤਾਂ ਜਿਹੜਾ ਬੈਠਾ ਨਾ, ਉਹ ਕੱਲੀ ਕੱਲੀ ਗੱਲ ਨੋਟ ਕਰੀ ਜਾਂਦਾ। ਫਿਰ ਕਹਿੰਦਾ ਬਾਬਾ ਬਨਾ ਬਸੋ ਇਹ ਗਾਉ, ਉਹ ਸਾਰੀਆਂ ਗੱਲਾਂ ਲਿਖੀ ਜਾਂਦਾ। ਇਹ ਜਿਹੜੇ ਪੰਜ ਰਹਿ ਰਹੇ ਨੇ ਇਹ ਕਰਾਉਂਦੇ ਹੀ ਮਾੜਾ ਨੇ। ਮੈਂ ਤਾਂ ਫਸ ਗਿਆ, ਮੈਂ ਕੀ ਕਰਾਂ। ਮੇਰੇ ਕੋਲ ਤਾਂ ਸਮਾਂ ਥੋੜ੍ਹਾ ਹੀ ਹੁੰਦਾ, ਬੰਦੇ ਕੋਲ ਕਿੰਨਾ ਕੁ ਸਮਾਂ ਹੁੰਦਾ ਲੇਖੇ ਮੁਕਾਉਣ ਨੇ। ਇਹ ਪੰਜ ਐਸੇ ਢੀਠ ਨੇ, ਇਹ ਜਾਂਦੇ ਹੀ ਨਹੀਂ। ਸੋ ਜਦੋਂ ਰੱਬ ਚੇਤੇ ਕੀਤਾ ਇਹ ਪਰੇ ਹੋ ਗਏ। ਉਹ ਦੇਖਦੇ ਕਦੋਂ ਇਹ ਜਿਹੜਾ ਸੌਂਦਾ ਜੀਵ ਨੂੰ ਤਾਂ ਆਪਣੇ ਨਾਲ ਹੀ ਰਲਾ ਲੈਂਦੇ ਨੇ, ਇਹਨੂੰ ਆਪਣੇ ਨਾਲ ਹੀ ਰਲਾ ਲੈਂਦੇ ਨੇ। ਤੇ ਫਿਰ ਚੋਰਾਂ ਨਾਲ ਮਾਲਕ ਵੀ ਰਲ ਗਿਆ। ਇਹ ਕਿੱਥੇ ਗੱਲ ਬਣੀ? ਜਾਂ ਤਾਂ ਗੁਰੂ ਦੇ ਨਾਲ ਰਲੇ ਮਾਲਕ, ਸ਼ਬਦ ਦੇ ਨਾਲ, ਫਿਰ ਤਾਂ ਦਬਕਾ ਮਾਰਦਾ। ਸ਼ਬਦ ਦੇ ਨਾਲ ਰਲਦਾ ਨਹੀਂ। ਸਾਰੇ ਜੀਵ ਜਿੰਨੇ ਨੇ ਉਹ ਚੋਰਾਂ ਦੇ ਨਾਲ ਰਲੇ ਹੋਏ ਨੇ, ਸ਼ਬਦ ਦੇ ਨਾਲ ਕੋਈ ਰਲਦਾ। ਉਹ ਚੋਰਾਂ ਨਾਲ ਰਲੇ ਹੋਣ ਕਰਕੇ ਜੇ ਕਿਤੇ ਮਾੜਾ ਮੋਟਾ ਕਿਤੇ ਚੇਤੇ ਆ ਵੀ ਗਿਆ ਤਾਂ ਮਾੜਾ ਜਿਹਾ ਪਾਸੇ ਹੋ ਜਾਂਦੇ ਨੇ, ਫਿਰ ਆਣ ਕੇ ਕਬਜ਼ਾ ਕਰ ਲੈਂਦੇ ਨੇ। ਪਰ ਜਿਹੜੇ ਰੱਬ ਦੇ ਪਿਆਰੇ ਕਹਿੰਦੇ ਜੀ ਇਹ ਮਾਰਨੇ ਹੈ, ਇਹ ਜੜ ਤੋਂ ਰੋਗ ਪੱਟਣਾ ਹੈ ਨਾ। ਕਹਿੰਦੇ ਇੱਥੇ ਮਹਾਰਾਜ ਫਿਰ ਦੱਸਦੇ, ਕਹਿੰਦੇ ਗੋਸ਼ਟ ਭਈ ਸਾਧ ਕੈ ਸੰਗਮ। ਗੋਸ਼ਟੀ ਸ਼ੁਰੂ ਕਰ ਕਿਹਨਾਂ ਦੇ ਨਾਲ? ਸਾਧੂਆਂ ਦੇ ਨਾਲ, ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧੂ ਬਣਾਇਆ, ਸਾਧ ਬਣਾ ਲਿਆ, ਸੱਧ ਲਿਆ ਆਪਣੇ ਆਪ ਨੂੰ। ਤੇ ਸੰਗਮ, ਸੁਰ ਵਿੱਚ ਸੁਰ ਸੰਗਮ ਨਹੀਂ ਸ਼ਬਦ ਵਰਤਿਆ ਜਾਂਦਾ, ਸੁਰ ਸੰਗਮ। ਉਹ ਕਹਿੰਦਾ ਵੀ ਸੁਰ ਸੰਗਮ ਹੁੰਦਾ ਵੀ ਤਾਲ ਦੇ ਨਾਲ ਤਾਲ ਮਿਲਾਉਣਾ, ਉਹਨੂੰ ਸੁਰ ਸੰਗਮ ਕਿਹਾ ਜਾਂਦਾ। ਸੁਰਾਂ ਦਾ ਸੰਗਮ, ਹਾਂਜੀ, ਸੁਰਾਂ ਦਾ ਸੰਗਮ ਹੋ ਗਿਆ, ਤਾਲ ਦੇ ਨਾਲ ਤਾਲ ਮਿਲਾਉਣਾ, ਸੁਰਾਂ ਦਾ ਸੰਗਮ ਕਰਨਾ। ਉਹ ਗੋਸ਼ਟੀ ਜਿਹੜੀ ਹੈ ਕਰਨੀ, ਉਹ ਸੁਰ ਸੰਗਮ 'ਚ ਹੋਣੀ ਚਾਹੀਦੀ ਹੈ, ਬੇਸੁਰੀ ਨਹੀਂ। ਮਤਲਬ ਰੱਬ ਦੀ ਗੱਲ ਹੋਵੇ, ਉਹਨੂੰ ਸਮਝਾਉਣ ਦਾ ਤਰੀਕਾ ਅੱਡ ਅੱਡ ਹੋਵੇ, ਉਹ ਠੀਕ ਹੈ। ਤੇ ਹੁਣ ਉਹ ਜਿਹੜੀ ਰੱਬ ਵਾਲੀ ਗੱਲ ਨੂੰ ਕੱਟਣਾ ਹੈ, ਉਹਨੂੰ ਹੋਰ ਤਰੀਕੇ ਨਾਲ ਪੇਸ਼ ਕਰਨਾ, ਉਹ ਫਿਰ ਸੁਰ ਸੰਗਮ ਨਹੀਂ, ਉਹ ਸੰਗਮ ਨਹੀਂ। ਸਾਧ ਕੈ ਸੰਗਮ, ਗੋਸ਼ਟੀ ਤਾਂ ਹੋਵੇ ਪਰ ਸੰਗਮ ਵਿੱਚ ਹੋਵੇ, ਸੁਰ ਦੇ ਵਿੱਚ ਹੋਣੀ ਚਾਹੀਦੀ, ਝਗੜਾ ਨਹੀਂ ਹੋਣਾ ਚਾਹੀਦਾ। ਜੇ ਝਗੜਾ ਹੋ ਗਿਆ ਫਿਰ ਉੱਥੇ ਗੜਬੜ ਹੋ ਜਾਂਦੀ ਹੈ। ਨਾਲੇ ਸਾਨੂੰ ਝਗੜਾ ਕਰਨ ਦੀ ਕੀ ਲੋੜ ਹੈ? ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਦੇ ਨਾਲ ਗੋਸ਼ਟੀ ਕੀਤੀ ਹੈ, ਗੋਸ਼ਟੀ ਵਿੱਚ ਉਹਨਾਂ ਨੂੰ ਹਰਾਇਆ। ਉਹ ਤਾਂ ਫਿਰ ਜਦੋਂ ਕਰਾਮਾਤਾਂ ਉਹਨਾਂ ਵਰਤੀਆਂ ਤੇ ਗੁਰੂ ਸਾਹਿਬ ਜੀ ਨੇ ਫੇਰ ਹੀ ਕਰਾਮਾਤਾਂ ਵਰਤੀਆਂ, ਤਾਂ ਮਾਰਨ ਨੂੰ ਤਾਂ ਕੋਈ ਲੋੜ ਨਹੀਂ ਸੀ। ਸਾਡੇ ਕੋਲ ਤਾਂ ਗਿਆਨ ਦਾ ਇੰਨਾ ਭੰਡਾਰਾ। ਪਹਿਲੀ ਗੱਲ ਤਾਂ ਜਿਹੜੇ ਗੋਸ਼ਟੀ ਕਰਨੀ ਜਿਹੜੇ ਆਪਣੀ ਮੱਤ ਵਾਲੇ ਆ, ਸਾਡੇ ਕੋਲ ਤਾਂ ਇਹਨਾਂ ਨਾਲ ਗੋਸ਼ਟੀ ਨਹੀਂ ਮੁੱਕਣੀ। ਅਸੀਂ ਅਣਮੱਤੀਆਂ ਦੇ ਨਾਲ ਗੋਸ਼ਟੀ ਕਿਉਂ ਕਰੀਏ? ਅਣਮੱਤੀ ਨਾਲ ਗੋਸ਼ਟੀ ਕਰਨ ਦਾ ਕੀ ਪਤਾ? ਹਾਂ ਵੀ ਜੇ ਸਾਨੂੰ ਕਹਿ ਵੀ ਤੁਹਾਡੀ ਗੁਰਮਤ ਵਿੱਚ ਕੀ, ਇਹਦੇ ਬਾਰੇ ਕੀ ਲਿਖਿਆ, ਗੁਰੂ ਨੇ ਕੀ ਲਿਖਿਆ, ਉਹ ਤਾਂ ਦੱਸੀਏ। ਅਤੇ ਬਾਕੀ ਤਾਂ ਸਾਨੂੰ ਇਹ ਗੱਲ ਕਹਿਣ ਦੀ ਲੋੜ ਹੀ ਨਹੀਂ, ਹਾਂ ਵੀ ਸਾਡਾ ਮਤ ਸਭ ਤੋਂ ਸੁਪਰੀਮ ਹੈ। ਸਾਨੂੰ ਕੋਈ ਲੋੜ ਨਹੀਂ ਜੀ, ਅਸੀਂ ਆਪਣੇ ਰਾਹ ਚੱਲੇ ਹੋਏ ਹਾਂ, ਚੱਲੇ ਹਮਾਰਾ ਸਾਨੂੰ ਬਲ ਬਖਸ਼ੇ, ਤੁਰੇ ਰਹੀਏ ਬਈ। ਸੋ ਆਪਣੀ ਗੱਲ ਕਰੋ, ਜਿਹੜਾ ਸਾਡੀ ਮੱਤ ਵਾਲਾ। ਸੋ ਉਹ ਜੇ ਕੋਈ ਗੱਲ ਕਰਦਾ, ਉਹ ਸਾਨੂੰ ਕੋਈ ਗੱਲ ਦਿੰਦਾ, ਕੋਈ ਬਚਨ ਦਿੰਦਾ, ਚੰਗਾ ਲੱਗਦਾ ਲੈ ਲਓ, ਨਹੀਂ ਚੰਗਾ ਲੱਗਦਾ ਨਾ ਲਵੋ। ਕਾਹਦਾ ਝਗੜਾ? ਕੋਈ ਝਗੜਾ ਨਹੀਂ। ਪਰ ਇੱਥੇ ਤਾਂ ਝਗੜਿਆਂ ਦੇ ਨਾਲ ਮੁੱਢ ਵੱਜ ਗਿਆ। ਜਿੰਨਾ ਹੁਣ ਸਿੱਖ ਧਰਮ ਦੇ ਵਿੱਚ ਗੋਸ਼ਟੀ ਦੇ ਨਾਂ 'ਤੇ ਆਪਸ ਵਿੱਚ ਵਿਚਾਰਾਂ ਦਾ ਝਗੜਾ, ਇੰਨਾ ਹੋਰ ਕਿਸੇ ਪਾਸੇ ਰਹਿ ਹੀ ਨਹੀਂ ਗਿਆ।
ਸੋ ਗੁਰਬਾਣੀ ਇੱਕ ਹੈ, ਨਿਸ਼ਾਨ ਸਾਡਾ ਇੱਕ ਹੈ। 10 ਗੁਰੂ ਸਾਡੇ, ਸੋ ਕੋਈ ਉਹਦਾ ਨਾਂ ਨਹੀਂ ਬਦਲ ਸਕਦਾ। ਸਾਰੇ ਇਸ ਗੱਲ ਨਾਲ ਸਹਿਮਤ ਨੇ ਵੀ ਇੱਕੋ ਹੀ ਜੋਤ ਚੱਲੀ ਹੈ। ਫੇਰ ਝਗੜਾ ਕਾਹਦਾ? ਬਾਣੀ ਵਿੱਚ ਕੋਈ ਰਲਾ ਨਹੀਂ ਪਿਆ, ਇਹ ਵੀ ਗੱਲ ਸਾਰੇ ਮੰਨਦੇ ਨੇ। ਫਿਰ ਐਵੇਂ ਵਿੱਚੋਂ ਸੋ ਅਰਥਾਂ ਨੂੰ ਲੈ ਕੇ ਤੇ ਗੋਸ਼ਟੀਆਂ ਦੂਜੇ ਪਾਸੇ ਲੈ ਗਏ। ਕਹਿੰਦੇ ਸੰਗਮ ਵਿੱਚ ਗੋਸ਼ਟੀ ਕਰੋ, ਸੰਗਮ ਵਿੱਚ ਰਹਿ ਕੇ। ਫਿਰ ਤੁਹਾਡਾ ਆਪਣਾ ਵੀ ਸੰਗਮ ਹੋਣਾ ਚਾਹੀਦਾ। ਹੁਣ ਜੇ ਗੋਸ਼ਟੀ ਹੋ ਗਈ ਨਾ, ਸੰਗਮ ਮੇਰਾ ਵੀ ਤਾਂ ਸੰਗਮ ਚਾਹੀਦਾ ਅੰਦਰਲਾ। ਇਹ ਥੋੜ੍ਹੀ ਭਈ ਦਿਮਾਗ ਦੇ ਵਿੱਚ ਕੁਝ ਹੋਰ ਚੱਲਦਾ ਅਤੇ ਦਿਲ ਦੇ ਵਿੱਚ, ਹਿਰਦੇ ਦੇ ਵਿੱਚ ਕੁਝ ਹੋਰ ਚੱਲਦਾ ਨਾ। ਜਾਂ ਤਾਂ ਤ੍ਰਿਕੁਟੀ ਨਾਲੋਂ ਨਾਤਾ ਤੋੜ ਲੈ, ਹਿਰਦੇ ਦੀ ਗੱਲ ਸੁਣ। ਫਿਰ ਸੋ ਜਿਹੜਾ ਜੇ ਤ੍ਰਿਕੁਟੀ ਨਾਲ ਨਾਤਾ ਨਾ ਤੋੜਿਆ ਤਾਂ ਹਿਰਦੇ 'ਚ ਬਾਣੀ ਕਿੱਦਾਂ ਵਸੂ? ਨਹੀਂ ਵਸ ਸਕਦੀ, ਕਿਉਂਕਿ ਦਿਮਾਗ ਨੇ ਤਾਂ ਫੇਰ ਕੱਢ ਲੈਣੀ, ਕੋਈ ਨਾ ਕੋਈ ਟੁੱਚਰ ਕੱਢ ਲੈਣੀ ਇਸ ਨੇ। ਇਹ ਸੰਗਮ, ਜਾਂ ਸੰਗਮ ਬਣਾ ਲਾ, ਰਲ ਜਾਣ, ਦਿਲ ਦਿਮਾਗ ਇੱਕ ਹੋ ਜਾਵੇ। ਜੇ ਸੰਗਮ ਹੋ ਜਾਊਗਾ ਫਿਰ ਕਾਮ, ਕ੍ਰੋਧ, ਲੋਭ ਮਾਰਿਆ ਫੇਰ ਮਰਦੇ ਨੇ। ਜਿਸ ਨੇ ਆਪਣੇ ਵਿਕਾਰ ਮਾਰੇ ਹੋਏ ਹੁੰਦੇ ਨੇ, ਉਹਦੇ ਨਾਲ ਕਿਤੇ ਗੋਸ਼ਟੀ ਕਰਨ ਦਾ ਮੌਕਾ ਮਿਲ ਜਾਵੇ ਹੈ ਨਾ, ਤੇ ਭਾਈ ਜਿਹੜਾ ਗੋਸ਼ਟੀ ਕਰਦਾ ਉਹਦੇ ਵੀ ਮਰ ਜਾਂਦੇ ਨੇ। ਕਹਿੰਦੇ ਸਿਮਰ ਸਿਮਰ ਪੂਰਨ ਨਾਰਾਇਣ, ਸੰਗੀ ਸਗਲੇ ਤਾਰਿਆ। ਆ ਸੰਗੀਆਂ ਦੀ ਗੱਲ ਕਰ ਦਿੱਤੇ ਨਾ, ਸੰਗੀ ਸਾਥੀ ਸਗਲ ਤਰਾਈ। ਜਿਨ੍ਹਾਂ ਨੇ ਆਪਣੇ ਅੰਦਰੋਂ ਵਿਕਾਰਾਂ ਨੂੰ ਮਾਰਿਆ, ਉਹਨਾਂ ਦੇ ਨਾਲ ਬੈਠਣ ਦਾ, ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਸਾਨੂੰ ਕਿਤੇ ਸਮਾਂ ਮਿਲ ਜਾਵੇ, ਉਹਨਾਂ ਦੇ ਨਾਲ ਸਤਸੰਗ ਕਰਨ ਦਾ, ਸਿਮਰਨ ਕਰਨ ਦਾ। ਸਿਮਰ ਸਿਮਰ ਪੂਰਨ ਨਾਰਾਇਣ। ਮਹਾਰਾਜ ਕਹਿੰਦੇ ਸੰਗੀ ਸਗਲੇ ਤਾਰੇ, ਉਹ ਜੁੜੇ ਹੋਏ ਹੁੰਦੇ ਨੇ, ਉਹ ਜੁੜੇ ਹੋਏ ਹੁੰਦੇ ਨੇ। ਨਾਲੇ ਉਹਨਾਂ ਨੂੰ ਵੀ ਲੋੜ ਹੁੰਦੀ ਹੈ। ਜੇ ਕਹੀਏ ਵੀ ਉਹਨਾਂ ਨੂੰ ਕਾਹਦੀ ਲੋੜ? ਨਹੀਂ, ਰੱਬ ਦੇ ਪਿਆਰਿਆਂ ਦੀ ਲੋੜ ਉਹਨਾਂ ਨੂੰ ਹਰ ਵਕਤ ਹੈ। ਜਦੋਂ ਰੱਬ ਦੇ ਪਿਆਰੇ ਮਿਲਦੇ ਨਾ, ਕੋਈ ਗੁਰੂ ਕੇ ਸਿੱਖ ਮਿਲਦੇ, ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ, ਜਿਹੜਾ ਰੱਬ ਦੀ ਗੱਲ ਪੁੱਛਦਾ, ਰੱਬ ਦਾ ਪਿਆਰਾ, ਭਾਵੇਂ ਉਹਨੇ ਦੱਸਣਾ ਹੀ ਹੈ, ਜਿਹੜਾ ਪੂਰਨ ਪੁਰਖ ਉਹਨੇ ਦੱਸਣਾ ਹੀ ਹੈ, ਪਰ ਰੱਬ ਦੀ ਤਾਂ ਗੱਲ ਪੁੱਛਦਾ ਨਾ ਕੋਈ। ਸੋ ਉਹ ਦੱਸਣ ਲੱਗਿਆਂ ਵੀ ਜੁੜਦਾ ਅਤੇ ਪੁੱਛਣ ਲੱਗਿਆਂ ਵੀ ਜੁੜਦਾ, ਪੁੱਛਣ ਲੱਗਿਆਂ ਵੀ ਜੁੜਦਾ। ਮੈਂ ਰੱਬ ਦਾ ਪਿਆਰਾ ਜਦੋਂ ਪੁੱਛੂਗਾ ਕਿ ਤੋਂ, ਜਦੋਂ ਉਹਨੂੰ ਪਤਾ ਲੱਗੂਗਾ ਵੀ ਹਾਂ ਵੀ ਇਹ ਭਰਿਆ ਹੋਇਆ, ਇਹ ਭਰਿਆ, ਫਿਰ ਪੁੱਛੂਗਾ, ਖਾਲੀ ਤੋਂ ਨਹੀਂ ਪੁੱਛੂਗਾ। ਸੋ ਖਾਲੀ ਦੇ ਕੋਲ ਚੁੱਪ ਹੁੰਦਾ, ਜੇ ਕਿਤੇ ਖਾਲੀ ਪੁੱਛ ਲਵੇ ਉਹਨੂੰ ਦੱਸ ਕੇ ਖੁਸ਼ ਹੁੰਦਾ, ਕਿਉਂਕਿ ਜੁੜਦਾ, ਉਹਨੂੰ ਕੁਝ ਮਿਲਦਾ, ਦੱਸਣ ਲੱਗਿਆ ਮਿਲਦਾ। ਫਿਰ ਇੰਝ ਧਰਦੇ ਨੇ ਹੈ ਨਾ, ਜਦੋਂ ਸੰਵਾਦ ਹੁੰਦਾ ਨਾ, ਪੁੱਛੀਏ ਦੱਸੀਏ ਫਿਰ ਸੰਗੀ ਧਰਦੇ ਨੇ। ਜੇ ਦੱਸੀਏ ਪੁੱਛੀਏ ਕੁਝ ਨਾ, ਫਿਰ ਸੰਗੀ ਕਿੱਦਾਂ ਧਰ ਜਾਣਗੇ? ਫਿਰ ਨਹੀਂ ਧਰਦੇ। ਕਹਿੰਦੇ ਔਖਦ ਮੰਤਰ ਮੂਲ ਮਨ ਏਕੈ, ਮਨ ਵਿਸ਼ਵਾਸ ਪ੍ਰਭ ਧਾਰਿਆ। ਔਖਦ ਦਵਾਈ, ਦਵਾਈ ਕੀ ਹੈ? ਕਹਿੰਦੇ ਮੂਲ ਮੰਤਰ। ਮਹਾਰਾਜ ਨੇ ਤਾਂ ਨਾਂ ਦੇ ਦਿੱਤਾ ਨਾ, ਮੂਲ ਮੰਤਰ। ਅਸੀਂ ਤਾਂ ਉਹਦੇ ਵਿੱਚ ਵੀ ਫਰਕ ਪਾਉਣ ਲੱਗ ਪਏ। ਸੱਚੇ ਪਾਤਸ਼ਾਹ ਜੀ ਹੁਣ ਕੱਲੀ ਕੱਲੀ ਗੱਲ, ਜਿੱਦਾਂ ਹੁਣ ਗੁਰੂ ਗ੍ਰੰਥ ਸਾਹਿਬ ਜੀ ਲਿਖ ਜਾਂਦੇ, ਇੱਦਾਂ ਕਿੱਦਾਂ ਹੋ ਜਾਂਦੀ? ਇੱਕ ਗੱਲ ਪਹਿਲੋਂ ਮਹਾਰਾਜ ਨੇ ਲਿਖੀ, ਉਹਦੇ ਵਿੱਚ ਉਹਦੇ ਉੱਤੇ ਦੁਬਾਰਾ ਫੇਰ ਸਾਈਨ ਕਰਦੇ ਵੀ ਆਹ ਸਹੀ ਹੈ। ਉਹ ਤਾਂ ਇਹ ਤਾਂ ਆਪਣਾ ਕੰਮ ਹੈ ਨਾ, ਆਪਣੇ ਵਰਗੇ ਭੁੱਲਦੇ ਸੀ, ਭੁੱਲਦੇ। ਹੁਣ ਅਸੀਂ ਕੋਈ ਫਾਰਮ ਭਰਿਆ, ਗਲਤ ਹੋਇਆ, ਫਿਰ ਉੱਤੇ ਸਾਈਨ ਕਰ ਦਈਦੇ ਆ। ਇੱਦਾਂ ਦਾ ਹੈ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਕੁਝ ਵੀ। ਜੋ ਲਿਖ ਦਿੱਤਾ ਸੋ ਲਿਖ ਦਿੱਤਾ ਇੱਕੇ ਵਾਰ। ਸਾਡੇ ਦਿਮਾਗ, ਸਾਡੀ ਮੱਤ ਥੋੜ੍ਹੀ ਹੋਣ ਕਰਕੇ ਇਹ 'ਚ ਵੀ ਫਰਕ ਪਾਉਣ ਲੱਗ ਪਿਆ। ਇਹ 'ਚ ਫਰਕ ਪਾਏ ਹੋਏ ਨੇ। ਪਰ ਜਿਨ੍ਹਾਂ ਨੇ ਪਾਏ ਥੋੜ੍ਹੀ ਮੱਤ ਵਾਲੇ, ਜਾਂ ਜਿਨ੍ਹਾਂ ਨੇ ਫਰਕ ਇਸ ਕਰਕੇ ਪਾਤੇ ਵੀ ਦਾ ਰੂਪ ਵਿਗਾੜਨਾ, ਪਤਾ ਨਹੀਂ ਕੀ ਕੀ ਹਸ਼ਰ ਉਹਨਾਂ ਦਾ ਹੋਇਆ ਹੋਵੇਗਾ, ਆਹ ਕੀ ਹੋਣਾ। ਕੁੱਲਾਂ ਤਾਂ ਹੀ ਗੱਲਾਂ ਜਾਂਦੀਆਂ, ਪੁਸ਼ਤਾਂ ਤਾਂ ਚਲੇ ਜਾਂਦੀਆਂ ਫਿਰ ਇਹੋ ਜਿਹੀਆਂ ਗੱਲਾਂ। ਸੋ ਮੂਲ ਮੰਤਰ ਇਹੋ ਹੀ ਦਵਾਈ ਹੈ। ਮਨ ਇੱਕ ਹੈ, ਮਨ ਵਿਸ਼ਵਾਸ ਪ੍ਰਭ ਧਾਰਿਆ। ਸੋ ਇੱਕ ਮੂਲ ਮੰਤਰ ਇੱਕੋ ਹੀ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਮੁੱਢ ਹੈ ਉਹ ਇੱਕੋ ਹੀ ਹੈ, ਮੂਲ ਮੰਤਰ। ਨਾਨਕ ਹੋਸੀ ਭੀ ਸੱਚ, ਜਿਹੜਾ ਜਪਜੀ ਸਾਹਿਬ ਸ਼ੁਰੂ ਸੋਚਿਆ ਸੋਚ ਨਾ ਹੋਵੇ, ਇੱਥੋਂ ਸ਼ੁਰੂ ਹੁੰਦਾ। ਫਿਰ
ਮੂਲ ਮੰਤਰ ਇੱਕ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਇੱਕ ਵਾਰੀ ਆਉਂਦਾ ਹੈ। ਮੂਲ ਮੁੱਢ ਤਾਂ ਇੱਕੋ ਹੀ ਹੁੰਦਾ, ਮੁੱਢ ਥੋੜ੍ਹੀ ਦੋ ਹੁੰਦੇ ਆ, ਮੁੱਢ ਤਿੰਨ ਹੁੰਦੇ ਆ। ਬਾਣੀ ਜੇ ਰੁੱਖ ਹੈ, ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ। ਨਾ ਗੁਰੂ ਤਾਂ ਇੱਕ ਰੁੱਖ ਹੈ, ਇਹਦਾ ਮੁੱਢ ਕੀ ਆ? ਮੂਲ ਮੰਤਰ ਇਹਦਾ ਮੁੱਢ ਹੈ। ਸੋ ਇਹ ਇੱਕੋ ਹੀ ਹੈ। ਫਿਰ ਮਨ ਵਿਸ਼ਵਾਸ ਪ੍ਰਭ ਧਾਰਿਆ। ਸੋ ਇਹ ਮਹਾਰਾਜ ਦੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮਨ ਵਿੱਚ ਵਿਸ਼ਵਾਸ ਆਇਆ, ਉਹਨੂੰ ਧਾਰ ਲਿਆ, ਟਿਕਾ ਲਿਆ। ਜਿਹੜਾ ਇਸ ਗੱਲ ਨੂੰ ਆਪਣੇ ਅੰਦਰ ਟਿਕਾ ਲੈਂਦਾ ਹੈ, ਉੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਵਾਸਤੇ ਸੱਚਮੁੱਚ ਹੀ ਇਹ ਔਖਦ ਆ। ਸਰਬ ਰੋਗ ਕਾ ਔਖਦ ਨਾ, ਔਖਦ ਦਵਾਈ ਨੂੰ ਕਿਹਾ ਜਾਂਦਾ ਹੈ। ਸੋ ਭਾਈ ਇਹ ਮੂਲ ਮੰਤਰ ਇੱਕ ਐਸੀ ਦਵਾਈ ਹੈ ਸੋ ਜਿਹੜੀ ਕਿ ਹਰ ਇੱਕ ਰੋਗ ਦੇ ਵਾਸਤੇ ਕੰਮ ਆਉਂਦੀ ਹੈ। ਤਿੰਨ ਤਾਪ ਨੇ, ਆਦਿ, ਵਿਆਧੀ, ਉਪਾਧੀ। ਤਿੰਨੇ ਹੀ ਤਾਪ ਜਿਹੜੇ ਨੇ ਇਸ ਦੇ ਦੂਰ ਹੋ ਜਾਂਦੇ ਨੇ। ਜਿਹੜੇ ਆ ਦੁਨਿਆਵੀ ਜੰਤਰ ਮੰਤਰ ਨੇ ਨਾ, ਜਿਹੜੇ ਵੇਦਾਂ 'ਚੋਂ ਨਿਕਲੇ ਹੋਏ ਨੇ। ਕਾਲਾ ਇਲਮ ਕਿੱਥੋਂ ਲਿਖਿਆ? ਨਿਕਲਿਆ ਵੇਦਾਂ 'ਚੋਂ। ਜੋਤਿਸ਼ ਕਿੱਥੋਂ ਨਿਕਲਿਆ? ਵੇਦਾਂ 'ਚੋਂ। ਸੋ ਜਿੰਨੇ ਵੀ ਮੰਤਰ ਨੇ ਜਿਨ੍ਹਾਂ ਦਾ ਅਭਿਆਸ ਕਰ ਰਹੇ ਨੇ ਦੂਜੇ ਗਲਤ ਪਾਸੇ ਮਾਇਆਵੀ ਸ਼ਕਤੀਆਂ ਪ੍ਰਾਪਤ ਕਰਨ ਲਈ, ਸੋ ਉਹਨਾਂ ਸਾਰਿਆਂ ਦਾ ਬਾਪ ਹੈ ਮੂਲ ਮੰਤਰ, ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰ ਦਿੱਤਾ ਹੈ। ਅਤੇ ਜਿੱਥੇ ਮੂਲ ਮੰਤਰ ਹੁੰਦਾ ਉੱਥੇ ਦੂਸਰੇ ਮੰਤਰ ਕੁਛ ਨਹੀਂ ਹੈ, ਤੁੱਛ ਹੈ। ਉਹ ਤਾਂ ਰੋਗ ਨੇ, ਉਹ ਤਾਂ ਫਿਰ ਰੋਗ ਨੇ, ਕਿਉਂਕਿ ਇਸ ਮੂਲ ਮੰਤਰ, ਇਹ ਮੂਲ ਮੰਤਰ ਉਹਨੂੰ ਫਿਰ ਦੂਰ ਕਰਦਾ। ਉਹ ਰੋਗ ਵੀ ਦੂਰ ਕਰਦਾ ਅਤੇ ਉਹਨਾਂ ਨੂੰ ਵੀ ਦੂਰ ਕਰਦਾ, ਪਾਸੇ ਕਰ ਦਿੰਦਾ। ਕਹਿੰਦੇ ਇੱਥੇ ਮਹਾਰਾਜ ਪਾਤਸ਼ਾਹ ਕਹਿੰਦੇ ਇਹ ਗੱਲ ਜਿਸ ਨੇ ਮਨ ਵਿੱਚ ਧਾਰਨ ਕਰ ਲਈ ਉਹਦੇ ਵਾਸਤੇ ਫਿਰ ਇਹ ਦਵਾਈ ਹੈ, ਇਹੋ ਹੀ ਦਵਾਈ। ਹੁਣ ਮਨ ਨੂੰ ਇੱਕ ਕਰਨ ਵਾਸਤੇ ਇਹੋ ਹੀ ਦਵਾਈ ਹੈ। ਮਨ ਦੋ ਹਿੱਸਿਆਂ ਵਿੱਚ ਹੋ ਗਿਆ ਨਾ। ਇਹ ਜਿਹੜਾ ਮਨ ਸੰਸਾਰ ਵਾਲੇ ਪਾਸੇ ਹੈ, ਮਾਇਆ ਵਾਲੇ ਪਾਸੇ ਹੈ। ਖਾਣਾ ਪੀਣਾ, ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ, ਇੱਧਰ ਚੱਲਦਾ ਨਾ। ਇੱਕ ਇਹ ਮਨ ਹੈ। ਦੂਸਰਾ ਮਨ ਹੈ ਜਿਹੜਾ ਬਿਲਕੁਲ ਟਿਕ ਕੇ ਬੈਠਾ, ਜਿਹਨੂੰ ਚਿੱਤ ਕਿਹਾ ਜਾਂਦਾ, ਜਿਹਨੂੰ ਮੂਲ ਕਿਹਾ ਜਾਂਦਾ। ਦੋ ਹਿੱਸੇ ਹੋ ਗਿਆ। ਇੱਕ ਅਰਧ ਹੈ, ਇੱਕ ਉਰਧ ਹੈ। ਇੱਕ ਅਰਧ, ਇੱਕ ਉਰਧ ਮਨ ਨੂੰ ਕਹਿ ਦਿੱਤਾ। ਸੰਸਾਰ ਵੱਲ ਨੂੰ ਮੁੜ ਗਿਆ, ਪੁੱਠਾ ਹੀ ਹੋ ਗਿਆ। ਜਿੰਨਾ ਚਿਰ ਇਹ ਉਰਧ ਅਰਧ ਵਿੱਚ ਨਹੀਂ ਸਮਾਉਂਦਾ ਉਹਨਾਂ ਚਿਰ ਗੱਲ ਨਹੀਂ ਬਣਨੀ। ਫਾਸਲਾ ਪਤਾ ਕਿੰਨਾ ਹੋ ਗਿਆ? ਜਿਵੇਂ ਧਰਤੀ ਹੈ ਅਤੇ ਉੱਧਰੋਂ ਆਕਾਸ਼ ਹੈ, ਇੰਨਾ ਫਾਸਲਾ ਬਣਾ ਬੈਠਾ ਜੀ, ਇੰਨਾ ਫਾਸਲਾ। ਸੋ ਜੇ ਵਿੱਚ ਸੰਸਾਰਕ ਸੋਚ ਰਹੇਗੀ, ਸੰਸਾਰਕ ਵਿਚਾਰਧਾਰਾ ਰਹੇਗੀ, ਕਦੀ ਮੇਲ ਨਹੀਂ ਹੋਵੇਗਾ। ਅਤੇ ਮੇਲ ਵੀ ਹੁੰਦਾ ਕਿ ਨਹੀਂ ਹੁੰਦਾ? ਭਾਈ ਦੂਰ ਦ੍ਰਿਸ਼ਟੀ ਦੇ ਮਾਲਕ ਹੋ ਜਾਓ। ਹੁਣ ਜਦੋਂ ਆਪਾਂ ਦੂਰ ਤੋਂ ਹੀ ਵੇਖਦੇ ਹਾਂ ਨਾ, ਧਰਤੀ ਅਤੇ ਅਸਮਾਨ ਮਿਲੇ ਹੋਏ ਦਿਸਦੇ ਨੇ। ਦੂਰ ਤੋਂ ਦੇਖੋ, ਦੂਰ ਦ੍ਰਿਸ਼ਟੀ ਦਾ ਜਿਹੜਾ ਮਾਲਕ ਹੋ ਜਾਂਦਾ, ਉਹਦਾ ਮਨ ਅਤੇ ਚਿੱਤ ਇੱਕ ਹੋ ਜਾਂਦਾ ਹੈ। ਇਹ ਮਹਾਰਾਜ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ। ਕਹਿੰਦੇ ਭਾਈ ਮਨ ਦੇ ਵਿੱਚ ਵਿਸ਼ਵਾਸ ਪੈਦਾ ਕਰਨਾ ਬੜਾ ਜ਼ਰੂਰੀ ਹੈ। ਗੁਰੂ ਦੇ ਪ੍ਰਤੀ, ਬਾਣੀ ਦੇ ਪ੍ਰਤੀ ਭਰੋਸਾ ਹੋਵੇ। ਹਾਂਜੀ, ਭਰੋਸਾ ਹੋਵੇ। ਹਾਂ, ਬਾਣੀ ਜਿਹੜੀ ਇਹੋ ਹੀ ਔਖਦੀ ਹੈ, ਇਹੋ ਹੀ ਦਵਾਈ ਹੈ। ਚਰਨ ਰੇਨ ਬਾਂਛੈ ਨਿਤ ਨਾਨਕ, ਪੁਨਹ ਪੁਨਹ ਬਲਿਹਾਰਿਆ। ਹੁਣ ਬਾਂਛਾ ਦਾ ਅਰਥ ਹੁੰਦਾ ਚਾਹਤ, ਇੱਛਾ ਪੈਦਾ ਹੋ ਜਾਣੀ, ਲੋਚ ਬਣ ਜਾਣੀ। ਚਰਨ ਰੇਣ ਦੀ ਇੱਛਾ ਪੈਦਾ ਹੋ ਗਈ। ਨਿਤ ਨਾਨਕ, ਸਤਿਗੁਰੂ ਜੀ ਕਹਿੰਦੇ ਨੇ ਵੀ ਮੈਂ ਜਿਹੜਾ ਹਰ ਵਕਤ ਚਰਨ ਰੇਣ ਦੀ ਰੱਟ ਲਾਈ ਰੱਖਦਾ, ਮੈਨੂੰ ਚਰਨ ਰੇਣ ਮਿਲੇ। ਸੋ ਜਿਹੜੇ ਇਹ ਚਰਨ ਰੇਣ ਦੀ ਗੱਲ ਕਰਦੇ ਨੇ, ਇਹ ਗਿਆਨ ਨੂੰ ਕਹਿ ਦਿੱਤਾ ਹੈ ਨਾ। ਗਿਆਨ ਅੰਜਨ ਉਡ ਨੇਤਰੀ ਪੜ੍ਹਿਆ। ਇਹ ਜਿਹੜੀ ਚਰਨ ਰੇਣ ਹੈ ਗਿਆਨ ਦੀ, ਅੱਖਾਂ ਦੇ ਨੇਤਰਾਂ ਦੇ ਵਿੱਚ ਪੈਂਦੀ, ਜਿਹੜੀਆਂ ਅੰਦਰਲੀਆਂ ਅੱਖਾਂ ਨੇ। ਜਿਹਨੂੰ ਕਹਿੰਦੇ ਨਾ ਮਹਾਰਾਜ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਵੀ ਅਗਿਆਨਤਾ ਇਹਦਾ ਜਦੋਂ ਨਾਸ਼ ਹੁੰਦਾ, ਨੇਤਰਾਂ ਦੇ ਵਿੱਚੋਂ ਗਿਆਨਤਾ ਚਲੇ ਜਾਵੇ, ਉਹ ਧੂੜ ਜਿਹੜੀ, ਉਹ ਸੁਰਮਾ ਜਿਹੜਾ। ਸੋ ਗਿਆਨ ਨੂੰ ਕਹਿ ਦਿੱਤਾ। ਭਾਵ ਗੁਰਬਾਣੀ ਦਾ ਗਿਆਨ ਜਿਹੜੇ ਗੁਰੂ ਕੇ ਸਿੱਖ ਹਰ ਵਕਤ ਮੰਗਦੇ ਨੇ ਅਤੇ ਆਪਣਾ ਮੰਗਦੇ ਨੇ, ਮੈਨੂੰ ਮੇਰਾ ਦਿਓ। ਵੀ ਭਾਵ ਅੰਦਰੋਂ ਮੈਨੂੰ ਉਹ ਸਮਝ ਪਵੇ। ਹੁਣ
ਅੰਦਰੋਂ ਸਮਝ ਪਵੇ ਵੀ ਹਾਂ ਵੀ ਇਹ ਅੰਦਰਲੇ ਨਹੀਂ ਸਮਝਣਾ, ਅੰਦਰਲਾ ਜਦੋਂ ਸਮਝ ਗਿਆ, ਜਿੰਨਾ ਚਿਰ ਅੰਦਰਲਾ ਨਾ ਸਮਝਿਆ ਉਹਨਾਂ ਚਿਰ ਇਹ ਚਰਨ ਰੇਣ ਨਹੀਂ ਬਣਨਾ। ਫਿਰ ਚਰਨ ਰੇਣ ਉਦੋਂ ਬਣਨਾ ਜਦੋਂ ਅੰਦਰਲਾ ਸਮਝ ਗਿਆ। ਅੰਦਰਲੇ ਨੂੰ ਅੰਦਰਲੇ ਨੇ ਹੀ ਸਮਝਾਉਣਾ, ਅੰਦਰਲਾ ਹੀ ਸਮਝਾਉਂਦਾ ਹੁੰਦਾ। ਬੁੱਧ ਸਮਝਾਊਗੀ ਮਨ ਨੂੰ, ਪਰ ਜਦੋਂ ਬੁੱਧ ਆਪ ਸਮਝੇਗੀ। ਗੁਰੂ ਦੀ ਮੱਤ ਨੂੰ ਜਿਸ ਨੇ ਧਾਰਨ ਕਰ ਲਿਆ ਨਾ, ਉਹਦੇ ਕੋਲ ਚਰਨ ਰੇਣ ਆ ਜਾਂਦੀ ਹੈ। ਪਰ ਚਾਹਤ ਵੀ ਚਾਹੀਦੀ ਨਾ, ਚਰਨ ਨੇ ਰੇਣ ਬਾਂਛਾ ਨਿਤ ਨਾਨਕ। ਤੇ ਜਿਹੜੇ ਹਰ ਵਕਤ ਗੁਰਬਾਣੀ ਦੇ ਗਿਆਨ ਨੂੰ ਮੰਗਦੇ ਨੇ, ਲੋਚਦੇ ਨੇ, ਉਹਨਾਂ ਦੇ ਬਾਬਤ ਸਤਿਗੁਰੂ ਕਹਿੰਦੇ ਪੁਨ ਹੈ ਬਲਿਹਾਰਿਆ ਮੈਂ ਵਾਰ ਵਾਰ, ਮੁੜ ਮੁੜ ਕੇ ਉਹਨਾਂ ਤੋਂ ਬਲਿਹਾਰ ਜਾਨਾ, ਸਦਕੇ ਜਾਨਾ, ਕੁਰਬਾਨ ਜਾਨਾ। ਇੱਕ ਸਾਨੂੰ ਉਪਦੇਸ਼ ਵੀ ਹੈ ਇਹਦੇ ਵਿੱਚ। ਕਹਿੰਦੇ ਆਪਾਂ ਅਕਸਰ ਵੇਖਦੇ ਹਾਂ ਵੀ ਇਸ ਸੰਸਾਰ ਦੇ ਵਿੱਚ ਕਿਸੇ ਦੀ ਕੋਈ ਡਿਮਾਂਡ, ਕਿਸੇ ਦੀ ਕੋਈ ਡਿਮਾਂਡ। ਸੋ ਸਾਰੇ ਮੰਗਾਂ ਵਾਲੇ ਦਿਸਦੇ ਨੇ, ਮਾਏ ਕੀ ਮੰਗਾਂ ਨੇ ਸਾਰਿਆਂ ਦੀਆਂ। ਪਰ ਜਿਹੜੇ ਚਰਨ ਰੇਨ ਮੰਗਦੇ ਨੇ, ਜਿਹੜੇ ਕਹਿੰਦੇ ਨਹੀਂ ਬਾਣੀ ਚਾਹੀਦੀ ਹੈ, ਤੇਰਾ ਗਿਆਨ ਚਾਹੀਦਾ, ਹੋਰ ਕੁਝ ਨਹੀਂ ਚਾਹੀਦਾ, ਵੀ ਉਹਦੇ ਅੱਗੇ ਆਪਣਾ ਬਲ ਹਾਰ ਜਾਵੇ, ਬਲ ਹਾਰੀ ਉਹਦੇ ਅੱਗੇ ਮੈਂ ਆਪਣਾ ਬਲ ਹਾਰਦਾ, ਉਹਦੇ ਨਾਲ ਮੇਰੀ ਕੋਈ ਗੋਸ਼ਟੀ ਨਹੀਂ ਹੈ। ਗੋਸ਼ਟ ਤੋਂ ਸ਼ਬਦ ਸ਼ੁਰੂ ਹੋਇਆ ਸੀ ਨਾ, ਮੇਰੇ ਨਾਲ ਉਹਦੀ ਕੋਈ ਵਿਚਾਰ ਨਹੀਂ, ਕੋਈ ਬਹਿਸ ਨਹੀਂ, ਕੋਈ ਗੋਸ਼ਟੀ ਨਹੀਂ। ਮੈਂ ਤਾਂ ਉਹਦੇ ਅੱਗੇ ਬਲ ਹਾਰ ਗਿਆ। ਤੂੰ ਦੇ ਮੈਨੂੰ ਉਪਦੇਸ਼, ਤੂੰ ਦੱਸ, ਤੇਰਾ ਜੇ ਤਜਰਬਾ ਉਹ ਮੈਨੂੰ ਦੱਸ ਦੇ। ਉਹ ਕੀ ਕਹਿੰਦਾ, ਤੂੰ ਦੱਸੇਗਾ ਮੇਰੀ ਕੋਈ ਵਿਚਾਰ ਨਹੀਂ ਹੈ। ਉਹ ਤੇਰੇ ਅੰਦਰ ਤਾਂ ਮੰਗ ਹੀ ਇੱਕ ਹੈ, ਗੁਰਬਾਣੀ ਦੇ ਗਿਆਨ ਦੀ। ਅਸੀਂ ਤਾਂ ਉੱਥੇ ਤੇ ਪਹੁੰਚੇ ਵੀ ਨਹੀਂ ਅਜੇ। ਉਹਦੇ ਅੱਗੇ ਬੁੱਧੀ ਦਾ ਬਲ ਹਾਰਨਾ ਹੀ ਠੀਕ ਹੁੰਦਾ। ਆਪਣੀ ਬੁੱਧੀ ਨੂੰ ਨਾ ਵਾਰ-ਵਾਰ ਉਹਦੇ ਅੱਗੇ ਲੈ ਕੇ ਆਇਆ ਕਰੋ। ਗੁਰੂ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਮਹਾਰਾਜ ਜੀ ਉਪਦੇਸ਼ ਸਾਡੇ ਹਿਰਦਿਆਂ 'ਚ ਵਸਾਉਣ, ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿਜ ਛੇਤੀ, ਮਨ ਬਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦ ਤਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰ, ਸਭ ਸਵਾਰਨਾ। ਸਭਨਾ ਗੱਲਾਂ ਸਮਰਾ ਸੁਆਮੀ, ਸੌਖਿ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇਂ ਸਦਾ ਸਿਫ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰਸ਼ਾਨ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਬਿਟੋਂ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੋਹਣੋ ਸੰਤੋ ਸ਼ਬਦ ਧਰੋਂ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆਂ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਠਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ, ਹਰ ਕੇ ਲਾਗੇ। ਕਹਿ ਨਾਨਕ ਤੈਸ ਹੋਆ, ਤਿਤ ਕਰ ਅਨਹਦ ਵਾਜੇ। ਅਨ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਿਤੇ ਪਵਿੱਤ, ਸਤ ਗੁਰ ਰਹਿਆ ਭਰਪੂਰੈ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪਨੀਤ ਕਹਿਤੇ ਪਵਿੱਤ, ਸਤ ਗੁਰ ਰਹਿਆ ਭਰਪੂਰੈ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।